तुम इधर बैठो इधर आओ तू करनी वीडियो मैं नहीं करनी सामने आ जाना फोटो पिट को भेज मैं सेंड कर देना कुछ सारे फोन करके लो लो सर होटल भी ਚੱਕ ਦਿਓ ਪਾਣੀ ਦੀਆਂ ਉਹ ਨਹੀਂ ਸਾਡੇ ਕੈਮਰੇ भाई तू अभी चलो दो आवाज एसी बंद कर ਉੱਥੋਂ ਕਰ ਦੋ सर दरवाजा खोल दे नहीं ऐसी बंद रहंदे ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਜਿੱਦਾਂ ਹੁਣ ਮਾਲਵੇ ਦੀ ਆਪਾਂ ਗੱਲ ਕਰੀਏ ਕੱਲੇ ਮਾਲਵੇ ਦੇ ਵਿੱਚ ਵੀ ਕਿਹਾ ਜਾ ਰਿਹਾ ਸੀ ਕਾਫੀ ਵੱਡਾ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਹੈਗਾ ਵਰਚਸਪ ਹੈਗਾ ਪਰ ਉੱਥੇ ਵੀ ਬਹੁਤ ਹੀ ਜਿੱਦਾਂ ਸੀਟਾਂ ਬਹੁਤ ਘੱਟ ਆਈਆਂ ਬਾਦਲ ਸਾਹਿਬ ਖੁਦ ਹਾਰ ਗਏ ਵੱਡੇ ਬਾਦਲ ਸਾਹਿਬ ਵੀ ਹਾਰ ਗਏ ਕੀ ਵੱਡੇ ਬਾਦਲ ਸਾਹਿਬ ਨੂੰ ਹੁਣ ਇਲੈਕਸ਼ਨ ਇਸ ਉਮਰ 'ਚ ਲੜਨਾ ਚਾਹੀਦਾ ਸੀਗਾ देखो ना असल मायने ਵਿੱਚ ਚੋਣਾਂ देखो जिस तरह ਚੋਣ ਲੜਨ ਦਾ ਹੈ ਇਹ ਤਾਂ ਹਰ ਪੋਲੀਟੀਕਲ ਪਾਰਟੀ ਦਾ ਨੇਤਾ ਹਰ ਪੋਲੀਟੀਕਲ ਬੰਦਾ ਜਿਹੜਾ ਹੈ ਚੋਣਾਂ ਲੜਨ ਦਾ ਹੱਕ ਰੱਖਦਾ ਤੇ ਲੜਨੀਆਂ ਚਾਹੀਦੀਆਂ ਨੇ ਪਰ ਅੰਦਰੋਂ ਅੰਦਰ ਜਿਹੜਾ ਬਦਲਾਅ ਦਾ ਚਾਅ ਸੀ ਪੰਜਾਬ ਦੇ ਲੋਕਾਂ ਅੰਦਰ ਉਹ ਚਾਅ ਪੂਰਾ ਕੀਤਾ ਲੋਕਾਂ ਨੇ ਔਰ ਮੈਂ ਸਮਝਦਾ ਕਿ ਇਹ ਕਾਰਨ ਕੀ ਬਣੇ ਨੇ ਉਹਨਾਂ ਦੀ पूरी डिटेल जी समीक्षा वो असी कल रणनीति तय करांगे ਮੇਨ ਚੁਣੌਤੀਆਂ ਆਮ ਆਦਮੀ ਪਾਰਟੀ ਵਾਸਤੇ ਕੀ ਰਹਿਣ ਵਾਲੀਆਂ ਨੇ ਸਰ आम आदमी पार्टी अगे सब तो वड्डी चुनौती तो जो मैं समझदा यही है कि केजरीवाल साहब की चुप तोड़ना केंद्र के सूबे के अधिकार खेत्र में बढ़ रहे दखलअंदाजी के विरोध के दूजा चुनौती होएगी कि एक नवा बदल जिहदा वादा उन्होंने किया वो लोगों के सामने पेश करना ਸਰ ਤੁਹਾਨੂੰ ਲੱਗਦਾ ਕਿ ਬਸਪਾ ਨਾਲ ਗੱਠਜੋੜ ਬਹੁਤ ਵੱਡੇ ਲੈਵਲ ਤੇ ਦੇਖਿਆ ਜਾ ਰਿਹਾ ਸੀਗਾ ਕਿ ਬਸਪਾ ਸਕਸੈਸ ਹੋਈ ਤੁਸੀਂ ਨਾ ਬਸਪਾ ਤੁਹਾਨੂੰ ਵੋਟ ਪਾ ਪਾਈ ਨਾ ਤੁਸੀਂ ਬਸਪਾ ਨੂੰ ਜਿਤਾ ਪਾਈ ਇਹ ਗੱਠਜੋੜ ਰਹੇਗਾ ਕਿ ਨਹੀਂ ਰਹੇਗਾ ਕੁਝ ਸ਼ਾਇਦ ਮੈंने ਕਿਹਾ ਸੁਣਿਆ नहीं देखो ये बीएसपी नाल जिहड़ा गठजोड़ आ उहदा मतलब ये नहीं है भी उहदा कोई नित्य उहदे गठजोड़ करके कोई इस तरह की सिचुएशन हुई आ बीएसपी नाल गठजोड़ ना हुंदा बीजेपी ना हुंदा तां भी रिजल्ट यही होना सी क्योंकि लोगों के विच एक जिहड़ी लंबे समय तो ये चल रही सी खास तौर पर किसानी संघर्ष दे विच एक साल जिहड़ा लगातार लोगों के मनां विच पाया गया मौजूदा पोलीटिकल सिस्टम के विरोध दे विच वो भी कैश किया केजरीवाल साहब की पार्टी ने सर पंथक राजनीति का जो वोट बैंक है वो ट्रेडिशनल वोट बैंक बनया जाता श्रोमणी अकाली दल का ठीक है ऐसी उस वोट बैंक ने भी नहीं वोट पाई अकाली दल देखो किते ना किते वो जरा जिथे तक साडा मतलब बिल्कुल हार्ड कोर सी उन्हें तो वोट पाई आ पर आम जी है वोट किते ना किते ने ना पई ਉਹਦੀ ਅਸੀਂ ਜ਼ਰੂਰ ਸਮੀਖਿਆ ਕਰਾਂਗੇ क्यों नहीं हुई सर ਹੁਣ तक ਦੀ ਜੋ ਜਿੱਤ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ 92 ਸੀਟਾਂ ਇਤਿਹਾਸ ਵਿੱਚ ਪਹਿਲਾਂ ਕਦੀ ਕਿਸੇ ਵੀ ਪਾਰਟੀ ਨੇ ਏਡੀ ਵੱਡੀ ਜਿੱਤ ਕਦੇ ਹਾਸਲ ਕੀਤੀ ਹੈ ਜੀ नहीं ये मैं कह सकता कि एक हिस्टोरिकल जीता ਵਧਾਈ ਦਿੰਦੇ ਹੋ ਇਸ ਚੀਜ਼ ਨੂੰ ਲੈ ਕੇ ਤੁਸੀਂ ਆਮ ਆਦਮੀ ਪਾਰਟੀ ਵਧਾਈ ਤਾਂ ਕੁਦਰਤੀ ਦਿੰਦੇ ਹਾਂ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਕਰਦੇ ਹਾਂ ਔਰ ਇਹ ਜਿਹੜਾ ਫਤਵਾ ਦਿੱਤਾ ਲੋਕਾਂ ਨੇ ਉਹਦੇ ਅੱਗੇ ਸਿਰ ਝੁਕਾਉਂਦੇ ਹਾਂ ਔਰ ਜਿੱਤਣ ਵਾਲੀ ਪਾਰਟੀ ਨੂੰ ਵਧਾਈ ਤਾਂ ਹੈ ਹੀ ਸਰ ਤੁਹਾਨੂੰ ਲੱਗਦਾ ਕਿ ਸੁਖਬੀਰ ਬਾਦਲ ਉਹਨਾਂ ਦੀ ਅਗਵਾਈ ਵਿੱਚ ਅਕਾਲੀ ਦਲ ਨੂੰ ਸਟਰੋਂਗਲੀ ਰਹੇਗਾ ਕਿ ਜਾਂ ਨਹੀਂ ਜਾਂ ਪ੍ਰਧਾਨਗੀ ਨੂੰ ਲੈ ਕੇ ਵੀ ਸਵਾਲ ਖੜੇ ਹੋਣਗੇ ਕਿ 10 ਸਾਲ ਤੁਸੀਂ ਸੱਤਾ ਤੋਂ ਬਾਹਰ ਰਹੇ ਹੋ ਓਪੋਜੀਸ਼ਨ 'ਚ ਨਹੀਂ ਹੈਗੇ ਹੁਣ ਤੁਸੀਂ ਤੇ ਕਿਤੇ ਨਾ ਕਿਤੇ ਪ੍ਰਧਾਨਗੀ ਨੂੰ ਲੈ ਕੇ ਵੀ ਸਵਾਲ ਹੋਣਗੇ ਕਿ ਪ੍ਰਧਾਨ ਬਦਲਣਾ ਚਾਹੀਦਾ ਹੈ ਦੇਖੋ ਇਹ ਸਾਰੀ ਸਥਿਤੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਵਿੱਚ ਪਾਰਟੀ ਕਿਉਂ ਆਈ ਕਿਵੇਂ ਆਈ ਇਹਦੀ ਇੱਕ ਵਿਸਤਾਰ ਸਹਿਤ ਚਰਚਾ ਅਸੀਂ ਕੱਲ੍ਹ ਵਾਲੀ ਮੀਟਿੰਗ ਕਰਾਂਗੇ ਤੇ ਇਹਦੇ ਭਾਵ ਹੀ ਲੱਭਾਂਗੇ ਕਿਉਂਕਿ ਪਾਰਟੀਆਂ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਨੇ ਅਕਾਲੀ ਦਲ ਇੱਕ ਵਾਰ ਨਹੀਂ ਨੇਕਾਂ ਵਾਰ ਫਰਸ਼ ਤੇ ਵੀ ਆਇਆ ਤੇ ਅਰਸ਼ ਤੇ ਵੀ ਗਿਆ 10 ਸਾਲ ਸੱਤਾ ਤੋਂ ਤੁਹਾਨੂੰ ਲੱਗਦਾ ਕਿ ਹੁਣ ਪਾਰਟੀ ਨੂੰ ਪ੍ਰਧਾਨ ਚੇਂਜ ਕਰਨਾ ਚਾਹੀਦਾ ਜਾਂ ਨਹੀਂ ਤੁਹਾਡੀ ਕੀ ਆਬਜ਼ਰਵੇਸ਼ਨ ਹੈ नहीं अजे तो इस किस्म की जी विचार जरा है पार्टी के विच बैठ के प्लेटफार्म पार्टी प्लेटफार्म ते ही चर्चा करा सर एक परिवारवाद है जो उन्होंने कहा जाता है कि अकाली दल बहुत ज़्यादा है कि वो परिवारवाद तो असं साइड होवांगे नहीं ये कोई परिवारवाद के विरोध के विच फतवा नहीं है मैं तुहानूं दस्सिया भी पिछले काफ़ी समय तो एक भावना कह लो एक चर्चा कह लो एक स्टडी सर्कल कह लो खास तौर पर किसानी संघर्ष
ਇਹ ਚੱਲਦਾ ਰਿਹਾ ਕਿ ਮੌਜੂਦਾ ਪੋਲੀਟੀਕਲ ਸਿਸਟਮ ਜਿਹੜਾ ਹੈ ਉਹਦੇ ਵਿਰੋਧ ਦੇ ਵਿੱਚ, ਨਹੀਂ ਤੇ ਉਹਦੇ 'ਚ ਉਹ ਜਿਹੜਾ ਸਾਰੀ ਸਿਚੁਏਸ਼ਨ ਦੇ ਵਿੱਚੋਂ ਕੈਸ਼ ਜਿਹੜਾ ਕੇਜਰੀਵਾਲ ਨੇ ਕੀਤੀ ਹੈ ਸਾਰੀ। ਲੋਕਾਂ ਨੂੰ ਡਿਲੀਵਰ ਨਹੀਂ ਕਰ ਪਾਈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ, ਕਿਉਂਕਿ ਲੋਕਾਂ ਨੇ ਜੋ ਵਾਅਦੇ ਕੀਤੇ ਗਏ ਨਾ ਪੂਰੇ ਨਹੀਂ ਕਰ ਪਾਏ। ਨਹੀਂ, ਅਸਲ ਮਾਇਨਿਆਂ ਵਿੱਚ ਲੋਕਾਂ ਦਾ ਮਨ ਦੀ ਜਿਹੜੀ ਭਾਵਨਾ ਸੀ ਨਾ, ਇੱਕ ਨਵਾਂ ਬਦਲ ਲੱਭਣ ਦੀ, ਨਵਾਂ ਤਜਰਬਾ ਕਰਨ ਦੀ, ਉਹ ਭਾਵਨਾ ਜਿਹੜੀ ਆ ਉਹਦਾ ਹੀ ਰਿਜ਼ਲਟ ਇਹ ਆ। ਸਰ ਹੁਣ ਆਪਣੇ ਤੁਹਾਨੂੰ ਲੱਗਦਾ ਕਿ ਬਾਦਲ ਸਾਹਿਬ ਜੀ ਨੂੰ ਹੁਣ ਵੱਡੇ ਬਾਦਲ ਸਾਹਿਬ ਨੂੰ ਸੰਨਿਆਸ ਲੈ ਲੈਣਾ ਚਾਹੀਦਾ ਜੀ ਰਾਜਨੀਤੀ? ਨਹੀਂ, ਚੋਣਾਂ ਜਿੱਤਣ ਤੇ ਹਾਰਨ ਨਾਲ ਸੰਨਿਆਸ ਦਾ ਸਵਾਲ ਨਹੀਂ ਹੁੰਦਾ, ਕਿਉਂਕਿ ਬਾਦਲ ਸਾਹਿਬ ਦਾ ਆਪਣਾ ਰੁਤਬਾ, ਉਹਨਾਂ ਦਾ ਆਪਣਾ ਸਟੇਟਸ ਆ, ਉਹਨਾਂ ਦੀ ਇੱਕ ਕੰਟਰੀਬਿਊਸ਼ਨ ਆ ਸ਼੍ਰੋਮਣੀ ਅਕਾਲੀ ਦਲ। ਜੇ ਅੱਜ ਇਹਨਾਂ ਚੋਣਾਂ ਵਿੱਚ ਅਕਾਲੀ ਦਲ ਹਾਰਿਆ ਤਾਂ ਕਿਸੇ ਟਾਈਮ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਜਿੱਤਦਾ ਵੀ ਰਿਹਾ, ਸਰਕਾਰਾਂ ਹੀ ਬਣਾਉਂਦਾ ਰਿਹਾ। ਗੱਲ ਕਹੀ ਹੈ ਕਿ ਜਦੋਂ ਬੇਦਬੀ ਕਾਂਡ ਹੋਇਆ ਸੀ, ਕਾਫੀ ਬੇਇੱਜ਼ਤੀ ਹੋਈ ਹੈ, ਸਟੇਟਮੈਂਟਾਂ ਆਈਆਂ ਸੀ ਕਾਫੀ ਵੱਡੇ ਨੇਤਾਵਾਂ ਵੱਲੋਂ ਕਿ ਕੱਖ ਨਾ ਰਵੇ ਪਾਰਟੀਆਂ ਦਾ ਜਿਨ੍ਹਾਂ ਨੇ ਬੇਦਬੀ ਕੀਤੀ ਹੈ। ਜਾਖੜ ਸਾਹਿਬ ਨੇ ਕਿਹਾ ਹੁਣ ਉਹੀ ਗੱਲਾਂ ਸਾਹਮਣੇ ਆ ਰਹੀਆਂ ਨੇ, ਪਾਰਟੀਆਂ ਦਾ ਉਹਨਾਂ ਬੰਦਿਆਂ ਦਾ ਕੱਖ ਨਹੀਂ ਰਿਹਾ, ਉਹਨਾਂ ਦੇ ਵਜੂਦ ਹੀ ਮਿਟ ਗਿਆ ਹੈ। ਤੋ ਇਸ ਸਟੇਟਮੈਂਟ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਇਹ ਜਿਹੜੀ ਮੰਨ ਲਾ ਜਾਖੜ ਸਾਹਿਬ ਨੂੰ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਆਪਣੀ ਪੀੜ੍ਹੀ ਥੱਲੇ ਤੋਂ ਟੱਪ ਫਿਰਨਾ ਚਾਹੀਦਾ। ਉਹਨਾਂ ਦੀ ਆਪ ਦੀ ਪਾਰਟੀ ਦਾ ਜੋ ਹਸ਼ਰ ਆ ਉਹ ਆਪਦੇ ਆਪ ਹੀ ਕਹੀ ਜਾ ਰਹੇ ਨੇ, ਤੇ ਉਹ ਤੋਂ ਪਹਿਲਾਂ ਜਦੋਂ ਭਾਰਤੀ ਫੌਜ ਦਾ ਹਮਲਾ ਹੋਇਆ ਉਦੋਂ ਮਤਲਬ ਇਹਨਾਂ ਨੂੰ ਉਹਦਾ ਖਮਿਆਜਾ ਭੁਗਤਣਾ ਹੀ ਪਿਆ ਸੀ। ਸੋ ਮੈਂ ਸਮਝਦਾ, ਜਿਵੇਂ ਕਹਿੰਦਾ ਛੱਜ ਤਾਂ ਬੋਲੇ ਛਾਣ ਨਹੀਂ ਕੀ ਬੋਲੇ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਗੋਲੀਆਂ ਮਾਰੀਆਂ, ਜਿਨ੍ਹਾਂ ਨੇ ਫੌਜਾਂ ਟੈਂਕ ਚੜ੍ਹ ਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਮਤਲਬ ਦਿੱਲੀ ਦੀਆਂ ਸੜਕਾਂ ਸਿੱਖਾਂ ਦੇ ਨਿਹੱਥੇ ਸਿੱਖਾਂ ਦੇ ਖੂਨ ਨਾਲ ਲਾਲੋ ਲਾਲ ਕੀਤੀਆਂ, ਉਹਨਾਂ ਨੂੰ ਇਸ ਤਰ੍ਹਾਂ ਦੀ ਭਾਸ਼ਾ ਬੋਲਣ ਦਾ ਕੋਈ ਹੱਕ ਨਹੀਂ। ਸਰ, ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਨੁਕਸਾਨ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਇੱਦਾਂ ਦੀ ਲੜਾਈ ਨੂੰ ਲੈ ਕੇ? ਨੁਕਸਾਨ ਹੋਇਆ ਪੰਜਾਬ ਦਾ? ਨਹੀਂ, ਕਿਤੇ ਨਾ ਕਿਤੇ ਜੇ ਮਤਲਬ ਇਹ ਸਿਚੁਏਸ਼ਨ ਬਣੀ ਆ ਪੋਲੀਟੀਕਲ ਫਰੰਟ ਤੇ, ਤਾਂ ਉਹਦੇ 'ਚ ਕਿਤੇ ਨਾ ਕਿਤੇ ਤਾਂ ਕਮੀਆਂ ਰਹੀਆਂ ਨੇ। ਕਮੀਆਂ ਕੀ ਨੇ, ਕਿਵੇਂ ਦੂਰ ਹੋਣਗੀਆਂ, ਉਹਨਾਂ ਦੀ ਅਸੀਂ ਆਪਣੇ ਪਾਰਟੀ ਪਲੇਟਫਾਰਮ ਤੇ ਵਿਚਾਰ ਕਰਾਂਗੇ। ਐਕਸ਼ਨ ਪਲਾਨ ਕੀ ਰਹੇਗਾ? ਐਕਸ਼ਨ ਪਲਾਨ ਤਾਂ ਇਹੀ ਆ ਵੀ ਅਸੀਂ ਆਪਣੀ ਜਿਹੜੀ ਜਥੇਬੰਦੀ ਆ ਉਹਨੂੰ ਮਜ਼ਬੂਤ ਕਰਾਂਗੇ, ਔਰ ਪਾਰਟੀ ਜਿਹੜੀ ਆ ਆਪਣੇ ਜਿਹੜੇ ਸਾਡੇ ਤੈਅਸ਼ੁਦਾ ਸਿਧਾਂਤ ਨੇ ਉਹ 'ਤੇ ਮਤਲਬ ਜੇ ਕਿਤੇ ਅੱਗੇ ਪਿੱਛੇ ਹੋਏ ਤਾਂ ਉਹਦੇ 'ਤੇ ਕਾਇਮ ਕਰਾਂਗੇ। ਨਵੀਂ ਸਰਕਾਰ ਵੱਲੋਂ ਜਿਹੜੀ ਸਿਕਿਉਰਿਟੀ ਵਾਪਸ ਲਈ ਜਾ ਰਹੀ ਹੈ ਉਹਦੇ ਬਾਰੇ ਕੀ ਕਹੇਗਾ? ਦੇਖੋ, ਨਵੀਂ ਸਰਕਾਰ ਜਿਹੜੀ ਆ, ਮੈਂ ਇਹੀ ਕਹਿਣਾ ਵੀ ਇਹਨੂੰ ਗੱਲਾਂ ਬਾਤਾਂ ਨਾਲ ਨਹੀਂ, ਹੁਣ ਕੁਝ ਕਰਕੇ ਦਿਖਾਉਣਾ ਪਏਗਾ। ਅੱਜ ਤੁਸੀਂ ਜਾ ਕੇ ਇੱਥੇ ਜਲੰਧਰ ਸੜਕ 'ਤੇ ਖੜ੍ਹ ਜਾਓ, ਪੀਆਰਟੀਸੀ ਦੀਆਂ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਜਾ ਰਹੀਆਂ ਨੇ। ਸਰਕਾਰ ਜਾ ਕੇ ਦੇਖ ਲਓ, ਹੁਣੀ ਜਾ ਕੇ ਚੈੱਕ ਕਰ ਲਓ, ਮੈਂ ਝੰਡੇ ਲੱਗੇ ਵੇ ਆ ਪਾਰਟੀ ਦੇ, ਪੀਆਰਟੀਸੀ ਦੀਆਂ ਸਰਕਾਰੀ ਬੱਸਾਂ ਅੱਜ ਰੋਡ ਸ਼ੋਅ ਕੱਢਣ ਜਾ ਰਹੇ ਨੇ। ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਮੈਂ ਕੱਲ੍ਹ ਵੀ ਅਪੀਲ ਕੀਤੀ, ਅੱਜ ਫੇਰ ਕਹਿਣਾ ਕਿ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਮਤਲਬ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਦੀ ਨਗਰੀ ਦੇ ਵਿੱਚ ਗੁਰੂ ਦਾ ਸ਼ੁਕਰਾਨਾ ਕਰਨ ਲਈ ਇੱਕ ਨਿਮਾਣੇ ਸ਼ਰਧਾਲੂ ਦੇ ਤੌਰ 'ਤੇ ਜਾਣਾ ਚਾਹੀਦਾ। ਲਓ ਲਸ਼ਕਰ ਲੈ ਕੇ ਜਾਹੋ ਜਲਾਲ ਨਾਲ ਗੁਰੂ ਦੀ ਨਗਰੀ ਵਿੱਚ ਜਾਣਾ ਪਰੰਪਰਾ ਨਹੀਂ ਰਹੀ, ਔਰ ਅੱਜ ਦੀ ਸਰਕਾਰ ਤੋਂ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਲੋਕਾਂ ਦੇ ਕੰਮ ਕਰਕੇ ਸਾਰੇ ਸਿਸਟਮ ਦੇ ਵਿੱਚ ਤਬਦੀਲੀ ਲਿਆ ਕੇ ਜੀ ਸਦਕੇ ਬਦਲਾਅ ਪੈਦਾ ਕਰਨ, ਪਰ ਪੰਜਾਬ ਦੀਆਂ ਮਾਨਾਮਤੀ ਰਵਾਇਤਾਂ ਜਿਹੜੀਆਂ ਨੇ, ਪਰੰਪਰਾਵਾਂ ਜਿਹੜੀਆਂ ਨੇ, ਜਿਨ੍ਹਾਂ ਨਾਲ ਲੋਕਾਂ ਦੇ ਜਜ਼ਬਾਤ ਜੁੜੇ ਹੁੰਦੇ ਨੇ, ਉਹ ਨਾ ਤੋੜਨ, ਉਹਨਾਂ 'ਤੇ ਠੇਸ ਨਾ ਪਹੁੰਚਾਉਣ। ਅੱਜ ਤੱਕ ਦੀ ਮਰਿਆਦਾ ਰਹੀ ਆ, ਅੱਜ ਤੱਕ ਦੀ ਪਰੰਪਰਾ ਰਹੀ ਆ, ਆਪਣੀ ਸਫਲਤਾ ਦਾ ਸ਼ੁਕਰਾਨਾ ਕਰਨ ਲਈ, ਆਪਣੀ ਜਿੱਤ ਦਾ ਸ਼ੁਕਰਾਨਾ ਕਰਨ ਲਈ, ਭਾਵੇਂ ਕੋਈ ਕਿਸੇ ਪਾਰਟੀ ਦਾ ਹੋਵੇ, ਸਰਕਾਰ ਬਣੀ ਹੋਵੇ, ਭਾਵੇਂ ਕੋਈ ਦੇਸ਼ ਦਾ ਜਾਂ ਅੰਤਰਰਾਸ਼ਟਰੀ ਪੱਧਰ ਦਾ ਕੋਈ ਲੀਡਰ ਡਿਗਨਿਟਰੀ ਆਇਆ ਹੋਵੇ, ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਜਦੋਂ ਜਾਂਦਾ ਉਹ ਇੱਕ ਨਿਮਾਣਾ ਸ਼ਰਧਾਲੂ ਹੋ ਕੇ ਜਾਂਦਾ। ਇਸ ਤਰ੍ਹਾਂ ਲਓ ਲਸ਼ਕਰ ਲੈ ਕੇ ਜਾਹੋ ਜਲਾਲ ਨਾਲ ਗੁਰੂ ਦੀ ਨਗਰੀ ਵਿੱਚ ਜਾਣਾ ਪਰੰਪਰਾ ਨਹੀਂ ਰਹੀ। ਇਹ ਪਰੰਪਰਾਵਾਂ ਤੋੜ ਕੇ, ਮਰਿਆਦਾ ਤੋੜ ਕੇ, ਜਜ਼ਬਾਤਾਂ ਨੂੰ ਤੋੜਨ ਦਾ ਯਤਨ ਨਾ ਕਰੇ। ਅੱਜ ਦੀ ਸਰਕਾਰ ਤੋਂ ਅਸੀਂ ਆਸ ਕਰਾਂਗੇ। ਆਹ ਜਿਹੜੀਆਂ ਪੀਆਰਟੀਸੀ ਦੀਆਂ ਸਰਕਾਰੀ ਬੱਸਾਂ, ਪੀਆਰਟੀਸੀ ਦੀਆਂ ਸਰਕਾਰੀ ਬੱਸਾਂ ਜਿਹੜੀਆਂ ਜਾ ਰਹੀਆਂ ਨੇ, ਇਹ ਹੁਣ ਜਿਹੜੀ ਸਿਕਿਉਰਿਟੀ ਵਾਪਸ ਲੈਣ ਦੇ ਖਰਚੇ ਦੀ ਥਾਂ
ਮਤਲਬ ਇਹਨਾਂ ਵੱਲ ਵੀ ਧਿਆਨ ਕਰਨ ਵੀ ਇਹ ਸਰਕਾਰੀ ਬੱਸਾਂ ਤੇ ਰੋਡ ਸ਼ੋਅ ਦੇ ਵਿੱਚ ਲਿਜਾਣਾ ਵੀ ਇਹ ਕਿਤੇ ਮਤਲਬ ਆਗਿਆ ਦਿੰਦਾ ਤੇ ਫਿਰ ਉਹਨਾਂ ਤੇ ਤਾਂ ਸੁਰੱਖਿਆ ਉਨੀ ਆ ਤੇ ਜਿਹੜੇ ਐਕਸਟਰਾ ਉਹਨਾਂ ਤੇ ਕਹਿੰਦੇ ਹਟਾ ਲੈਣੀ ਆ ਬਾਕੀ ਇਹਨਾਂ ਦਾ ਫਿਰ ਸਮਾਗਮ ਤੋਂ ਵੀ ਲੱਗ ਰਿਹਾ ਸਰ। ਹਾਂ ਉਹ ਵੀ ਦੱਸਣਗੇ 2 ਕਰੋੜ ਰੁਪਈਆ ਇਹ ਮਤਲਬ ਜਿਹੜਾ ਸਰਕਾਰੀ ਖਜ਼ਾਨੇ 'ਚ ਬੋਝ ਆ ਵੀ ਇਹਦੇ ਬਾਰੇ ਕੀ ਰਾਏ ਉਹਨਾਂ ਦੀ। ਜਿਹੜਾ ਕਹਿੰਦੇ ਖਰਚੇ ਘਟਾਉਣ ਦੀ ਗੱਲ ਆ, ਅਸੀਂ ਇਸ ਗੱਲ ਦੇ ਹੱਕ 'ਚ ਆ ਕਿ ਅਨਪ੍ਰੋਡਕਟਿਵ ਐਕਸਪੈਂਸਿਸ ਜਿਹੜੇ ਨੇ, ਗੈਰ ਉਪਜਾਊ ਖਰਚੇ ਜਿਹੜੇ ਨੇ, ਉਹ ਸੂਬੇ ਦੀ ਆਰਥਿਕਤਾ ਨੂੰ ਤਬਾਹ ਕਰ ਰਹੇ ਨੇ। ਕਿਤੇ ਨਾ ਕਿਤੇ ਭਾਵੇਂ ਸਾਡੀ ਸਰਕਾਰ ਸੀ, ਭਾਵੇਂ ਕਾਂਗਰਸ ਦੀ ਸਰਕਾਰ ਸੀ, ਹੁਣ ਤੱਕ ਰਹੀਆਂ ਸਰਕਾਰਾਂ ਜੇ ਕਿਤੇ ਗੈਰ ਉਪਜਾਊ ਖਰਚੇ ਕਰਕੇ ਬੋਝ ਬਣਦੀਆਂ ਰਹੀਆਂ ਤਾਂ ਜੇ ਉਹਨਾਂ ਨੇ ਘਟਾਉਣੇ ਆ ਤਾਂ ਆਪਣੇ ਵੱਲ ਵੀ ਕੋਸ਼ਿਸ਼ ਕਰਨੀ ਪਏਗੀ। ਜਿਵੇਂ ਹੁਣ 2 ਕਰੋੜ ਰੁਪਈਆ ਸਰਕਾਰ ਇਸ ਸਮਾਰੋਹ 'ਤੇ ਖਰਚਿਆ ਜਾ ਰਿਹਾ, PRTC ਦੀਆਂ ਬੱਸਾਂ ਲਿਜਾ ਕੇ ਰੋਡ ਸ਼ੋਅ ਕੀਤਾ ਜਾ ਰਿਹਾ ਜਿਹੜੀਆਂ ਸੜਕਾਂ 'ਤੇ ਜਾ ਰਹੀਆਂ ਨੇ, ਤੇ ਇਸ ਤਰ੍ਹਾਂ ਮਤਲਬ ਆਪਣੇ ਲਈ ਹੋਰ ਤੇ ਦੂਜਿਆਂ ਲਈ ਹੋਰ ਉਹ ਗੱਲ ਲੋਕਾਂ ਨੂੰ ਹਾਜ਼ਮ ਨਹੀਂ ਆਉਣੀ। ਚੰਦੂ ਮਾਜਰਾ ਸਾਹਿਬ ਇੱਕ ਗੱਲ ਪੈਨਸ਼ਨ ਲੱਗਦੀ MLA MPs ਦੀਆਂ ਕਾਫੀ ਜ਼ਿਆਦਾ ਪੈਨਸ਼ਨ ਦਿੱਤੀਆਂ ਜਾਂਦੀਆਂ ਨੇ, ਕਈ ਤਾਂ ਹੁਣ 5-5 ਪੈਨਸ਼ਨਾਂ ਵੀ ਲੈ ਰਹੇ ਨੇ। ਇਸ ਤੋਂ ਇਲਾਵਾ ਇਨਕਮ ਟੈਕਸ ਵੀ ਸਰਕਾਰ ਵੱਲੋਂ ਪੇ ਕੀਤਾ ਜਾਂਦਾ ਹੈ। ਕੀ ਇਹ ਬੰਦ ਹੋਣਾ ਚਾਹੀਦਾ, ਕਾਨੂੰਨ ਪਾਸ ਹੋਣਾ ਚਾਹੀਦਾ ਹੈ ਕਿ ਇੱਕ ਹੀ ਪੈਨਸ਼ਨ ਮਿਲੇ? ਨਹੀਂ, ਪੈਨਸ਼ਨ ਤਾਂ ਜਿਹੜਾ ਬੰਦਾ ਸੈਲਰੀ ਲੈਂਦਾ ਉਹ ਪੈਨਸ਼ਨ ਨਹੀਂ ਲੈਂਦਾ। ਸੈਲਰੀ ਬੰਦਾ ਜੇ MLA ਆ ਨਾ ਤਾਂ ਉਹਨੂੰ ਕੋਈ ਪੈਨਸ਼ਨ ਨਹੀਂ ਹੁੰਦੀ। ਹਾਂਜੀ, ਜਿਹੜੇ ਹਟ ਗਏ, ਜਿਹੜੇ ਹੁਣ MLA MP ਜਿਹੜੇ 2 ਵਾਰੀ ਬਣੇ ਆ ਮਤਲਬ ਤੇ ਦੇਖੋ ਜਿਹੜਾ ਇਹ ਵੀ ਇੱਕ ਜਿਹੜਾ MLA ਰਹਿੰਦਾ ਜਾਂ MP ਰਹਿੰਦਾ ਉਹ ਵੀ ਇੱਕ ਕਿਸਮ ਦਾ ਪਬਲਿਕ ਸਰਵੈਂਟ ਦੇ ਤੌਰ ਤੇ ਹੀ ਲੋਕਾਂ ਦੀ ਸੇਵਾ ਕਰਦਾ। ਨਹੀਂ, ਪਰ ਇੱਕ ਪੈਨਸ਼ਨ ਜਾਂ 7 ਪੈਨਸ਼ਨ 7 ਪੈਨਸ਼ਨਾਂ ਆ ਰਹੀਆਂ ਬਾਲ ਸਾਹਿਬ। ਇੱਕ ਪੈਨਸ਼ਨ ਹੀ ਮਤਲਬ ਇੱਕ ਪੈਨਸ਼ਨ ਹੀ ਹੁੰਦੀ। ਜਿੰਨੀ ਵਾਰੀ ਜਿੰਨੀ ਵਾਰੀ ਪੈਨਸ਼ਨ ਉਹਦੀ ਹੋ ਜਾਂਦੀ ਹੈ ਜੀ। ਨਹੀਂ ਇੱਕੋ ਹੀ ਨਹੀਂ, ਪੈਨਸ਼ਨ ਤਾਂ ਇੱਕੋ ਇੱਕੋ ਹੀ ਹੁੰਦੀ ਹੈ ਜੀ। ਪੈਨਸ਼ਨ ਤਾਂ ਅਖਬਾਰਾਂ 'ਚ ਲੱਗੀ ਖਬਰ ਕਿ 5 ਲੱਖ ਰੁਪਏ ਪਰ ਮੰਥ ਪੈਨਸ਼ਨ ਬਾਲ ਸਾਹਿਬ ਨੂੰ ਮਿਲ ਰਹੀ ਹੈ। ਉਹ ਪੈਨਸ਼ਨ ਜਿਉਂ ਮਤਲਬ ਟਰਮ ਦੇ ਹਿਸਾਬ ਨਾਲ ਵੱਧਦੀ ਟਰਮ ਦੇ ਹਿਸਾਬ ਨਾਲ ਡਬਲ ਗੱਲ ਕਰ ਹਾਂ, ਟਰਮ ਦੇ ਡਬਲ ਨਹੀਂ ਹੁੰਦੀ, ਡਬਲ ਨਹੀਂ ਹੁੰਦੀ। ਉਹ ਕੋਈ 5000 ਜਾਂ 10000 ਪੈਨਸ਼ਨ ਇੱਕ ਮਿਲਦੀ ਹੈ, 2 ਮਿਲਦੀਆਂ ਨੇ। ਪੈਨਸ਼ਨ ਤਾਂ ਇੱਕੇ ਹੁੰਦੀ ਆ, ਪਰ ਟਰਮ ਦੇ ਤੁਸੀਂ MP ਸੀਗੇ, ਮਤਲਬ ਇੱਥੇ MLA ਵੀ ਹੋ ਜਾਂ ਮੰਤਰੀ ਹੋ, MP ਦੀ ਮਿਲਦੀ। ਜਦੋਂ MLA ਹੁੰਦਾ ਨਾ ਉਦੋਂ ਫਿਰ MP ਵਾਲੀ ਪੈਨਸ਼ਨ ਵੀ ਖਤਮ ਹੋ ਜਾਂਦੀ ਹੈ। ਉਹ ਬੰਦ ਹੋ ਜਾਂਦੀ। ਹਾਂ, ਬੰਦ ਹੋ ਜਾਂਦੀ ਇੱਕੋ ਹੀ ਮਿਲਦੀ ਤੇ ਹਾਂ, ਤੇ ਜਦੋਂ ਇਹ MLA ਆ ਫਰਜ਼ ਕਰਾਂ ਬਾਦਲ ਸਾਹਿਬ ਦੀ ਇਹਨਾਂ ਨੇ ਗੱਲ ਕੀਤੀ ਆ, ਉਹ ਟਰਮ ਦੇ ਹਿਸਾਬ ਨਾਲ ਬਣਿਆ ਵਾ ਵੀ ਟਰਮ ਜਿਹੜੀ ਆ ਜਿਹਨੂੰ ਇੱਕ ਟਰਮ ਆ ਉਹਨੂੰ 74000 ਆ, ਜਿਹਦੀਆਂ 2 ਟਰਮਾਂ ਨੇ ਉਹਨੂੰ 84000 ਆ। ਫਿਰ ਇੱਕ ਸਾਲ ਦੇ ਨਾਲ ਕੋਈ 5 ਨਹੀਂ ਮੈਡਮ ਦਾ ਇੱਕ ਮਿੰਟ, ਮੈਡਮ ਦਾ ਸਵਾਲ ਪਤਾ ਕੀ ਹੈ? ਮੈਡਮ ਕਹਿ ਰਹੇ ਨੇ ਕਿ ਜਿਵੇਂ ਬਾਦਲ ਸਾਹਿਬ ਨੂੰ ਜਿਵੇਂ ਪਹਿਲਾਂ ਲਗਾਤਾਰ ਉਹ ਜਿੱਤਦੇ ਆਏ, ਪੈਨਸ਼ਨ ਤਾਂ ਮਿਲਦੀ ਨਹੀਂ ਸੀ, ਉਸ ਵੇਲੇ ਤਾਂ ਸੈਲਰੀ ਮਿਲਦੀ ਸੀ, ਪੈਨਸ਼ਨ ਤਾਂ ਹੁਣ ਸਟਾਰਟ ਹੋਣੀ ਨਾ, ਕੀ ਹੋ ਗਿਆ? ਜਦੋਂ MLA ਬਣੇ ਪੈਨਸ਼ਨ ਉਦੋਂ ਹੋਈ। ਨਹੀਂ, ਉਹੀ ਤੁਸੀਂ ਕਹਿ ਰਹੇ ਹੋ ਕਿ ਪੂਰੀ ਡਬਲ ਨਹੀਂ ਹੁੰਦੀ, ਥੋੜੀ ਐਡ ਹੁੰਦੀ ਹੈ ਹਰ ਸਾਲ ਦੀ। ਹਾਂਜੀ, ਹਰ ਟਰਮ ਦੀ ਆਏ ਨਹੀਂ ਹੈ ਵੀ ਦੁੱਗਣੀ ਹੋ ਗਈ ਤਿੱਗਣੀ ਇਸ ਤਰ੍ਹਾਂ ਦੀ। ਉਹ ਇੱਕ ਨਾਲੇ ਗੱਲ ਸੁਣੋ, ਇਹ ਜਿਹੜਾ ਕਾਨੂੰਨ ਬਣਾਇਆ ਵਾ ਇਹ ਨਾ ਤਾਂ ਬਾਦਲ ਸਾਹਿਬ ਨੇ ਇਕੱਲੇ ਨੇ ਬਣਾਇਆ, ਇਹ ਲੋਕਾਂ ਦੇ ਜਾਨੀ ਚੁਣੇ ਹੋਏ ਪ੍ਰਤੀਨਿਧਾਂ ਨੇ ਬਣਾਇਆ। ਮਤਲਬ ਇਹ ਅਸੈਂਬਲੀ ਹਾਂਜੀ ਨਹੀਂ ਬੰਦ ਪੈਨਸ਼ਨ ਤਾਂ ਮੈਂ ਸਮਝਦਾ ਨਹੀਂ ਬੰਦ ਹੋਣੀ ਚਾਹੀਦੀ, ਕਿਉਂਕਿ ਜਿਹੜਾ ਜੇ ਬੰਦਾ MLA ਨਹੀਂ ਵੀ ਹੈ ਤਾਂ ਉਹਦੇ ਖਰਚੇ ਜਾਂ ਲੋਕਾਂ ਦੇ ਸੇਵਾ ਤਾਂ ਉਨੀ ਕਰਦਾ ਹੁਣ ਲੋਕਾਂ ਨੂੰ ਪੈਨਸ਼ਨ ਤਾਂ ਇੱਕੇ ਆ, ਪੈਨਸ਼ਨ 2 ਨਹੀਂ ਇੱਕ ਹੁੰਦੀ ਹੈ, ਬਟ ਜਿੱਦਾਂ ਗਿਣੇ ਜਾਂਦੇ ਸਕੇਲ ਵਧਣਾ ਚਾਹੀਦਾ। ਦੇਖੋ ਗੱਲ ਸੁਣੋ, ਜਿਹੜੀਆਂ ਪੈਨਸ਼ਨਾਂ ਜੇ ਆਪਾਂ ਮੁਲਾਜ਼ਮਾਂ ਦੀ ਵੀ ਗੱਲ ਕਰੀਏ ਤਾਂ ਉਹ ਉਹਨਾਂ ਦੇ ਮਤਲਬ ਜਿਵੇਂ TADA ਦੇ ਨਾਲ ਜੋੜਿਆ ਜਾਂਦਾ, ਇਹ ਪੈਨਸ਼ਨ ਉਹਦੇ ਨਾਲ ਜੋੜੀ ਆ, ਉਸੇ ਤਰ੍ਹਾਂ ਜੋੜੀ ਆ। ਇਹ ਜਿਹੜੀ ਇੱਕ ਨਾ ਫਾਰਮੂਲਾ ਸੈੱਟ ਕੀਤਾ ਜਿਵੇਂ ਮੁਲਾਜ਼ਮਾਂ ਦੀ ਪੈਨਸ਼ਨ TADA ਦੇ ਨਾਲ ਜੁੜਦੀ ਆ ਨਾ, ਮਤਲਬ ਉਸੇ ਹਿਸਾਬ ਨਾਲ DA ਦੇ ਨਾਲ ਜੁੜੀ ਆ। ਪੰਜਾਬ ਦੇ MLA ਦੀ ਸੈਲਰੀ ਇਹ ਗੱਲ ਹੋਰ ਆ ਵੀ ਪੰਜਾਬ ਦੇ MLA ਦੀ ਸੈਲਰੀ ਬਾਕੀ ਹਿੰਦੁਸਤਾਨ ਦੇ ਬਾਕੀ ਸਾਰੇ MLA ਨਾਲੋਂ ਘੱਟ ਆ। ਪੰਜਾਬ ਦਾ ਇਨਕਮ ਟੈਕਸ ਦੀ ਗੱਲ ਕਰੀ, ਇਨਕਮ ਟੈਕਸ ਸਰਕਾਰ ਕਿਉਂ ਦਿੰਦੀ ਸਰ? ਇਨਕਮ ਟੈਕਸ ਤਾਂ ਚਲੋ ਤਾਂ ਹੁਣ ਅਸੈਂਬਲੀ ਨੇ ਮਤਾ ਪਾਸ ਕੀਤਾ, ਅਸੈਂਬਲੀ ਨੇ ਕਾਨੂੰਨ ਬਣਾਇਆ। ਇਨਕਮ ਟੈਕਸ ਖੁਦ ਦੇਣ ਹੈ ਸਰ, ਉਹ ਤਾਂ ਜੇ ਫਿਰ ਤਾਂ ਪੈਨਸ਼ਨ ਵੀ ਤਾਂ ਲੋਕਾਂ ਦੇ ਖਜ਼ਾਨੇ 'ਚ ਹੀ ਜਾਂਦੀ ਆ, ਜੇ ਦੇਖਿਆ ਜਾਵੇ ਲੋਕਾਂ ਦੀ ਸੇਵਾ ਤੇ ਲਾਇਆ ਜਾਂਦਾ। ਇਹ ਖਰਚੇ ਇੱਕ ਜਿਹੜੀ ਕਹਿਣ ਦੀਆਂ ਗੱਲਾਂ ਨੇ। ਹੁਣ ਆ ਜਿਹੜਾ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਆ, ਇਹ ਕਹਿੰਦੇ VIP ਕਲਚਰ ਖਤਮ ਕਰਨਾ,
ਤੇ ਹੁਣ ਤਾਂ ਫਿਰ ਦਰਬਾਰ ਸਾਹਿਬ ਮੱਥਾ ਟੇਕਣ ਲੱਗੇ ਤਾਂ ਵੀਆਈਪੀ ਕਲਚਰ ਖਤਮ ਕਰਨਾ ਚਾਹੀਦਾ ਜੀ। ਇਹ ਸਰਕਾਰੀ ਬੱਸਾਂ ਦਾ ਤੋਂ ਪਹਿਲੇ ਐਲਾਨ ਕੀਤੇ ਸੀ ਕਿ ਹਰ ਮਹਿਲਾ ਨੂੰ 1000 ਰੁਪਏ ਦਿੱਤਾ ਜਾਏਗਾ। ਉਸ ਤੋਂ ਬਾਅਦ ਹੁਣ ਪੰਜਾਬ 'ਚ ਸਰਕਾਰ ਵੀ ਬਣ ਰਹੀ ਹੈ ਤੇ ਪ੍ਰਗਟ ਸਿੰਘ ਹੁਣੀ ਐਮਐਲਏ ਬਣਨ ਤੋਂ ਬਾਅਦ ਕਹਿ ਰਹੇ ਨੇ ਕਿ ਸਵਾਲ ਪੁੱਛ ਰਹੇ ਨੇ ਪ੍ਰਗਟ ਮਾਨ ਸਾਹਿਬ ਕੋ ਕਿ 12000 ਕਰੋੜ ਰੁਪਏ ਕਿੱਥੋਂ ਲਿਆਣਗੇ ਹਰ ਮਹੀਨੇ। ਦੇਖੋ ਇਹ ਤਾਂ ਹੁਣ ਉਹਨਾਂ ਨੂੰ ਦੱਸਣਾ ਪਏਗਾ ਪਾਰਟੀ ਨੂੰ, ਪਰ ਅਸੀਂ ਇਹ ਜ਼ਰੂਰ ਕਹਾਂਗੇ ਵੀ 16 ਮਾਰਚ ਨੂੰ ਸਹੁੰ ਚੁੱਕਣ ਸਮੇਂ ਮਤਲਬ ਘੱਟੋ ਘੱਟ ਪੰਜਾਬ ਦੀ ਹਰ ਔਰਤ ਦਾ 1-1000 ਰੁਪਏ ਦਾ ਚੈੱਕ ਤਾਂ ਮੁੱਖ ਮੰਤਰੀ ਸਾਹਿਬ ਨੂੰ ਤਿਆਰ ਰੱਖਣਾ ਚਾਹੀਦਾ, ਤਾਂ ਹੀ ਇੱਕ ਨਵਾਂ ਬਦਲ ਹੋਏਗਾ। ਕਿਉਂਕਿ ਪਹਿਲੀ ਕੈਬਨਿਟ ਦੀ ਮੀਟਿੰਗ ਤਾਂ ਅਕਾਲੀ ਕਰਦੇ ਰਹੇ ਆ, 5ਵੇਂ ਸਾਲ ਜਾ ਕੇ ਕਾਂਗਰਸੀ ਕਰਦੇ ਰਹੇ ਆ, ਹੁਣ ਇਹਨਾਂ ਨੂੰ ਤਾਂ ਨਵਾਂ ਬਦਲ ਤਾਂ ਫਿਰ 16 ਮਾਰਚ ਹੀ ਆ। 16 ਮਾਰਚ ਨੂੰ ਸ਼ੁਰੂ ਕਰ ਇਹ ਇਹਨਾਂ ਲਈ ਇਮਤਿਹਾਨ ਦੀ ਘੜੀ ਆ, ਇਹ ਇਹਨਾਂ ਲਈ ਚੁਣੌਤੀ ਆ। ਇਹੀ ਗੱਲਾਂ ਅਸੀਂ ਪਹਿਲਾਂ ਕਹਿੰਦੇ ਆ ਵੀ ਇਹਨਾਂ ਅੱਗੇ ਜਿਹੜੀਆਂ ਚੁਣੌਤੀਆਂ, ਜਿੰਨੀਆਂ ਵੱਡਾ ਵਰਡਿਕਟ ਮਿਲਿਆ ਉਨੀਆਂ ਵੱਡੀਆਂ ਚੁਣੌਤੀਆਂ ਵੀ ਨੇ। ਜਿੱਥੇ ਵਾਅਦੇ ਪੂਰੇ ਕੀਤੇ ਆ ਉਹਨਾਂ ਵਾਅਦਿਆਂ ਨੂੰ ਮਤਲਬ ਇੱਕ ਨਵਾਂ ਢੰਗ ਤਾਂ ਹੀ ਲੱਗੇਗਾ ਜੇ ਸੱਤਾ ਸੰਭਾਲਣ ਦੇ ਸਹੁੰ ਚੁੱਕ ਸਮਾਗਮ ਸਮੇਂ ਹੀ ਲਾਗੂ ਕਰਨ ਦਾ ਐਲਾਨ ਕਰਨ।